शब्द गुरु तखत छतर चवर दे मालक धन धन साहिब श्री गुरु ग्रंथ साहिब जी महाराज सच्चे पातशाह जी दी पावन पवित्र हजूरी दे अंदर सुभाईमान गुरु सवारे प्रेमी सतसंगी जनो वड भागे हो आप जी सत संगत करन दा सुभागा समा आप जी नूं प्राप्त होया है। गुरु सवारे गुरु के कीर्तनिया पासों आप जी ने गुरबाणी कीर्तन सरवण कीते हन। अमृत वेले सचखंड श्री हरमंदर साहिब जी दे अंदर धन धन गुरु ग्रंथ साहिब जी महाराज सच्चे पातशाह जी ने प्रकाशमान होके जो शब्द मुख वाक हुक्मनामे दे रूप विच साडे सारियां उत्ते किरपा कीती है। सलोक अते पौड़ी गुरु अर्जन देव जी महाराज दे उचारण कीते हुए हन। जय श्री राग दे अंदर वार दी 17वीं पौड़ी दे नाल लगदे सलोक ने। गुरु ग्रंथ साहिब जी दे मुबारक अंग 709 ते ये शब्द सुभाईमान है। सतगुरां ने जो सिक्ख्या उपदेश इस शब्द दे राही सानू सारियां नू प्रदान कीती है। आओ सारे सुरतियां बिरतियां नू टिकाओ, ध्यान गुरु शब्द गुरु चरनां दे नाल जोड़ो, रसना करो पवित्र, गज के बोलो सतनाम वाहिगुरु। जिथे आपा मुख वाक दी अज विचार करनी है, अज धन गुरु नानक देव जी महाराज सच्चे पातशाह जी दा ज्योति जोत समाउण दा पुरब भी है। सतगुरां दे जीवन संबंधी इस गुरपुरब दे प्रथाए भी आपां इतिहास विचों कुछ विचारा करनियां ने। आओ पहला शब्द दी विचार गुरु कृपा द्वारा आपां सारे मिल के सांझी करिए। फिर एक बारी करो रसना पवित्र, गज के बोलो सतनाम वाहिगुरु। सतनाम श्री वाहिगुरु साहिब जी। सलोक संत उदरन दयालं, आसरं गोपाल कीर्तन है। संत अखर जिहड़ा है ये बाणी विच बहुत वारी आया है। गुरमुख वास्ते भी आया है, गुरमुखा वास्ते भी आया है, गुरु वास्ते भी आया है, सतसंगत वास्ते भी आया है, रब वास्ते भी वरत्या।
ਹੁਣ ਇੱਥੇ ਗੱਲ ਗੁਰਮੁਖਾਂ ਦੀ ਹੈ। ਸੰਤ ਬਹੁਵਚਨ ਹੈ। ਉਦਾਹਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਅਰਥ ਕਰਨ ਲੱਗਿਆ ਇਸ ਪਹਿਲੀ ਪੰਕਤੀ ਦਾ ਜਿਹੜੀ ਸ਼ਲੋਕ ਦੀ ਹੈ, ਇਸ ਨੂੰ ਅਨਵੈ ਕਰ ਲੈਣਾ ਹੈ। ਅਨਵੈ ਕਰਨ ਤੋਂ ਭਾਵ ਹੈ ਪਿਛਲੀ ਅੱਧੀ ਪੰਕਤੀ ਦੇ ਅਰਥ ਪਹਿਲਾਂ ਤੇ ਜਿਹੜੀ ਪਹਿਲੀ ਪੰਕਤੀ ਹੈ ਉਸ ਦੇ ਅਰਥ ਬਾਅਦ ਵਿੱਚ। ਹੋਰ ਇੱਥੇ ਆਪਾਂ ਅਰਥ ਕਰਨੇ ਹਨ ਸੰਤ ਆਸਰੰ ਗੋਪਾਲ ਕੀਰਤਨ, ਜਿਨ੍ਹਾਂ ਸੰਤਾਂ ਨੇ, ਜਿਨ੍ਹਾਂ ਗੁਰਮੁਖਾਂ ਨੇ, ਰੱਬ ਦੇ ਪਿਆਰਿਆਂ ਨੇ ਗੋਪਾਲ ਦੇ ਕੀਰਤਨ ਦਾ ਆਸਰਾ ਲਿਆ। ਗੋਪਾਲ ਵਾਹਿਗੁਰੂ ਪਰਮਾਤਮਾ ਦਾ ਸਿਫਾਤੀ ਨਾਮ ਹੈ। ਕਰਮ ਨਾਮ ਵਰਨ ਸੁਮਤ। ਦਇਆਲੰ ਵੀ ਵਾਹਿਗੁਰੂ ਪਰਮਾਤਮਾ ਦਾ ਸਿਫਾਤੀ ਨਾਮ ਹੈ, ਜਿਹੜਾ ਸਿਫਤ ਨੂੰ ਪ੍ਰਗਟ ਕਰਦਾ ਹੈ। ਦਇਆਲੰ ਦਇਆ ਦਾ ਘਰ, ਦਇਆਲੂ। ਗੋਪਾਲ, ਗੋ ਕਹੀਏ ਧਰਤੀ, ਪਾਲ ਕਹੀਏ ਪਾਲਣਾ ਵਾਲਾ, ਜਿਹੜਾ ਸਾਰੇ ਧਰਤੀ ਦੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਹੈ ਗੋਪਾਲ। ਮਹਾਰਾਜ ਕਿਰਪਾ ਕਰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਹੜੇ ਸੰਤ ਵਾਹਿਗੁਰੂ ਪਰਮਾਤਮਾ ਗੋਪਾਲ ਪ੍ਰਭੂ ਦੇ ਕੀਰਤਨ ਦਾ ਆਸਰਾ ਲੈਂਦੇ ਨੇ, ਦਇਆਲ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਬਚਾ ਲੈਂਦਾ ਹੈ, ਉਧਾਰ ਲੈਂਦਾ ਹੈ, ਉਹਨਾਂ ਦਾ ਬਚਾਅ ਕਰ ਦਿੰਦਾ ਹੈ। ਕਿਸ ਗੱਲ ਤੋਂ? ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਤੋਂ ਤੇ ਵਿਕਾਰਾਂ ਦੀ ਅੱਗ ਵਿੱਚੋਂ ਸੜਨ ਤੋਂ ਉਹਨਾਂ ਨੂੰ ਬਚਾ ਲੈਂਦਾ ਹੈ। ਕਿੰਨਾਂ ਨੂੰ? ਜਿਹੜੇ ਸੰਤ ਗੋਪਾਲ ਪ੍ਰਭੂ ਦੀ ਕੀਰਤੀ ਕਰਦੇ ਨੇ, ਕੀਰਤਨ ਕਰਦੇ ਨੇ, ਜਿਹੜੇ ਅੱਠੇ ਪੈਰ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦਾ ਆਸਰਾ ਲੈਂਦੇ ਨੇ, ਉਸ ਦੀਆਂ ਵਡਿਆਈਆਂ ਕਰਦੇ ਨੇ। ਹੁਣ ਇਹ ਸੰਤ ਕਿਹੜੇ ਨੇ? ਬਾਰੀ ਵਿੱਚ ਕਿਰਪਾ ਕੀਤੀ, ਰੱਬ ਵਿੱਚ ਤੇ ਸੰਤ ਦੇ ਪਿਆਰਿਆਂ, ਰੱਬ ਦੇ ਪਿਆਰੇ ਸੰਤਾਂ ਵਿੱਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ। ਭਗਤ ਰਵਿਦਾਸ ਜੀ ਦੇ ਆਪਾਂ ਬਚਨ ਬਹੁਤ ਵਾਰੀ ਪੜ੍ਹਦੇ ਹਾਂ, ਸੰਤ ਅਨੰਤ ਅੰਤਰ ਨਾਹੀ, ਅਨੰਤ ਬੇਅੰਤ ਪ੍ਰਭੂ। ਬੇਅੰਤ ਪ੍ਰਭੂ ਵਿੱਚ ਤੇ ਬੇਅੰਤ ਪ੍ਰਭੂ ਦੇ ਸੰਤਾਂ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ, ਕੋਈ ਭੇਦ ਨਹੀਂ। ਇਸੇ ਵਾਸਤੇ ਆਖਿਆ ਭਾਈ, ਜੀਵਨ ਵਿੱਚ ਸਾਵਧਾਨ ਹੋਵੋ, ਸੁਚੇਤ ਹੋਵੋ, ਬਗੈਰ ਸੋਚੇ ਸਮਝੇ ਕਿਸੇ ਦੀ ਨਿੰਦਿਆ ਐਵੇਂ ਨਾ ਕਰੀ ਜਾਓ। ਤੇ ਜਿਹੜੇ ਰੱਬ ਦੇ ਪਿਆਰੇ ਨੇ, ਕਬੀਰ ਸਾਹਿਬ ਜੀ ਆਖਦੇ ਨੇ, ਉਹਨਾਂ ਨੂੰ ਬਿਲਕੁਲ ਨਾ ਨਿੰਦਿਓ। क्योंकि आप जी पढ़ते हो ना, संतां को मत कोई निंदो, संत राम है एको। राम ते संत एक ਹਨ।
ਇਹਨਾਂ ਦੀ ਨਿੰਦਿਆ ਭਾਈ ਨਾ ਕਰੋ, ਇਹਨਾਂ ਦੀ ਨਿੰਦਿਆ ਨਾ ਕਰੋ, ਕਿਉਂਕਿ ਰੱਬ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਕੋਈ ਅੰਤਰ ਨਹੀਂ। ਸੰਤ ਕਿਸੇ ਭੇਖ ਦਾ ਨਾਮ ਨਹੀਂ, ਕਿਸੇ ਪਹਿਰਾਵੇ ਦਾ ਨਾਮ ਨਹੀਂ, ਕਿਸੇ ਵਿਖਾਵੇ ਦਾ ਨਾਮ ਨਹੀਂ। ਜਿਹੜਾ ਅਸਲੀ ਸੰਤ ਹੈ ਉਹ ਇਹਨਾਂ ਗੱਲਾਂ ਤੋਂ ਬਹੁਤ ਉੱਚਾ ਉੱਠਿਆ ਹੈ। ਉਹਨੂੰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਮੈਨੂੰ ਸੰਤ ਕਹੋ, ਉਸ ਦੇ ਗੁਣ ਹੀ ਉਸ ਨੂੰ ਸੰਤ ਅਖਵਾਉਂਦੇ ਨੇ। ਗੁਣ ਵੇਖ ਕੇ ਲੋਕ ਸੰਤ ਕਹਿੰਦੇ ਨੇ। ਹੁਣ ਇੱਥੇ ਇੱਕ ਵਿਚਾਰ ਕਰੀਏ, ਸੰਤ ਸ਼ਬਦ ਤਾਂ ਉਹਨਾਂ ਵਾਸਤੇ ਵੀ ਆਇਆ ਹੈ ਜਿਹੜੇ ਡਾਲਾਂ ਦੇ ਸਹਿਤ ਸਾਰੇ ਪੇੜ ਨੂੰ ਹੀ ਖਾ ਜਾਂਦੇ ਨੇ। ਕੋਈ ਸ਼ਰਧਾਲੂ ਆ ਗਿਆ ਤੇ ਉਸ ਨੂੰ ਬਿਲਕੁਲ ਹੀ ਲੁੱਟ-ਪੁੱਟ ਲੈਣਾ, ਇਹ ਹੈ ਡਾਲਾਂ ਦੇ ਸਹਿਤ ਪੇੜ ਨੂੰ ਖਾਣਾ। ਆਪਾਂ ਪੜ੍ਹਦੇ ਹਨ, ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆ ਲੋਟੇ ਹੱਥ ਨੇ ਬੱਗ। ਇਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੈ ਡਾਲਾ ਸਿਉ ਪੇਡਾ ਗਟਕਾਵੇਂ। ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਭੱਟ ਜੀ ਨੇ ਆ ਮੈਂ ਸੋਈਆ ਜਿਹੜਾ ਆਪ ਜੀ ਦੇ ਨਾਲ ਸਾਂਝਾ ਕੀਤਾ, ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਫਤ ਵਿੱਚ ਕਿਰਪਾ ਕੀਤੀ ਨਾ, ਇੱਕ ਮਨ ਪੁਰਖ ਧਿਆਏ ਬਰਦਾਤਾ। ਹੁਣ ਅਗਲੀ ਪੰਕਤੀ ਕੀ ਹੈ? ਸੰਤ ਸਹਾਰ ਸਦਾ ਬਖਿਆਤਾ, ਵਾਹਿਗੁਰੂ ਸੰਤਾਂ ਦਾ ਸਹਾਰ ਹੈ, ਆਸਰਾ ਹੈ। ਇਹ ਗੱਲ ਜਗਤ ਵਿੱਚ ਪ੍ਰਗਟ ਹੈ, ਕਿਉਂਕਿ ਸੰਤ ਜਨਾਂ ਕੇ ਹਰ ਕਾਰ ਸੁਆਰੇ, ਪ੍ਰਹਲਾਦ ਜਨ ਕੇ 21 ਕੁਲ ਉਧਾਰੇ। ਪ੍ਰਹਲਾਦ ਰਾਜਕੁਮਾਰ ਹੈ, ਰਾਜਿਆਂ ਵਾਲਾ ਪਹਿਰਾਵਾ ਹੈ, ਪਰ ਉਹਨੂੰ ਵੀ ਸੰਤ ਕਿਹਾ ਹੈ। ਪ੍ਰਹਲਾਦ ਜਿਹੜਾ ਹੈ ਰਾਜਪੁੱਤਰ ਹੈ, ਰਾਜਕੁਮਾਰ ਹੈ, ਉਹਨੇ ਕੋਈ ਸੰਤਾਂ ਵਾਲਾ ਪਹਿਰਾਵਾ ਨਹੀਂ ਪਹਿਨਿਆ, ਪਰ ਸੰਤਾਂ ਵਾਲੀ ਜੀਵਨ ਜੁਗਤ ਹੈ। ਸੰਤਾਂ ਵਾਲੇ ਜੀਵਨ ਦੇ ਅੰਦਰ ਗੁਣ ਨੇ। ਇਸੇ ਵਾਸਤੇ ਸਤਿਗੁਰਾਂ ਨੇ ਵਰਤਿਆ ਸ਼ਬਦ, ਸੰਤ ਜਨਾਂ ਕੇ ਹਰ ਕਾਰ ਸੁਆਰੇ, ਪ੍ਰਹਲਾਦ ਜਨ ਕੇ 21 ਕੁਲ ਉਧਾਰੇ। ਮਹਾਰਾਜ ਕਿਰਪਾ ਕਰਦੇ ਨੇ। ਸੰਤਾਂ ਦਾ ਉਹ ਸਹਾਈ ਹੈ, ਸਹਾਇਤਾ ਕਰਦਾ ਹੈ, ਪਰ ਕਿਹਨਾਂ ਦੀ? ਜਿਨ੍ਹਾਂ ਦੀ ਅਵਰਥਾ ਹੈ। ਆ ਪੜ੍ਹਦੇ ਹਾਂ ਨਾ ਆਪਾਂ ਭਾਈ ਗੁਰਦਾਸ ਜੀ ਦੇ ਬਚਨ, ਬੇਮੁਖ ਪਕੜ ਪਛਾੜਿਆਨ ਸੰਤ ਸਹਾਈ ਆਦ ਜੁਗਾਦ। ਜਿਹੜੇ ਬੇਮੁਖ ਨੇ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਪਿੱਠ ਦਿੰਦਾ ਹੈ, ਉਹਨਾਂ ਨੂੰ ਪਛਾੜਦਾ ਹੈ, ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਸਹਾਇਤਾ ਕਰਦਾ ਹੈ, ਸੰਤਾਂ ਦੀ ਸਹਾਇਤਾ ਕਰਦਾ ਹੈ, ਇਮਦਾਦ ਕਰਦਾ ਹੈ। ਬੇਮੁਖ ਪਕੜ ਪਛਾੜਿਆਨ ਸੰਤ ਸਹਾਈ ਆਦ ਜੁਗਾਦ। ਜਿਹੜੇ ਰੱਬ ਦੇ ਪਿਆਰੇ ਸੰਤ, ਰੱਬ ਦੀ ਕੀਰਤੀ, ਰੱਬ ਦਾ ਕੀਰਤਨ, ਰੱਬ ਦੀ ਸਿਫਤ ਸਲਾਹ ਦਾ ਆਸਰਾ ਲੈਂਦੇ ਨੇ, ਰੱਬ ਕੀ ਕਰਦਾ ਹੈ? ਦਿਆਲੂ ਵਾਹਿਗੁਰੂ ਪਰਮਾਤਮਾ ਕੀ ਕਰਦਾ ਹੈ? ਉਹਨਾਂ ਨੂੰ ਸੰਸਾਰ ਵਿੱਚ ਰਹਿੰਦਿਆਂ ਹੀ ਮਾਇਆ ਵਿੱਚ ਵੀ ਉਹ ਤੋਰਦਾ ਹੈ, ਵਿਕਾਰਾਂ ਦੇ ਵਿੱਚ ਵੀ ਉਹ ਰਹਿੰਦੇ ਨੇ। ਧਿਆਨ ਦੇਵਿਓ, ਸੰਸਾਰ ਵਿੱਚ ਵਿਕਾਰ ਵੀ ਨੇ, ਤ੍ਰਿਸ਼ਨਾ ਦੀ ਅੱਗ ਵੀ,
ਪਰ ਰੱਬ ਦੇ ਪਿਆਰੇ ਆਪਣੇ ਆਪ ਨੂੰ ਨਿਰਲੇਪ ਰੱਖਦੇ ਨੇ। ਵਾਹਿਗੁਰੂ ਦੀ ਕਿਰਪਾ ਨਾਲ ਮਹਾਰਾਜ ਨੇ ਆਖਿਆ ਨਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਐਸਾ ਕੀਰਤਨ ਕਰ ਮਨ ਮੇਰੇ, ਐਸਾ ਕੀਰਤਨ ਕਰ ਮਨ ਮੇਰੇ, ऐसा कीर्तन करे, ऐसा कीर्तन कर मन मेरे, इहा ऊहा जो काम तेरे, इहा ऊहा जो काम तेरे, जय कर कीरत आखिए, करते का कोई विचारो, तित कर गावो सोहला, सिवरियो सिरजनहारो। बाबा जय कर करते कीरत होए, सो कर राख वडाई तोए। इस विच तेरी वडियाई है, उस घर विच टिकाई रख, क्योंकि तहां बैकुंठ जै कीर्तन तेरा, तू आपे शरदा लाए। कीर्तन दी चोण क्यों कीती, कीर्तन नूं क्यों चुनिया? साध संगत एक बहुत वड्डी अष्टपदी सोरठ राग दे अंदर गुरु अर्जन देव जी दी उचारण कीती हुई आपां पढ़दे आ, जिस दा आरंभ होंदा है पाठ पढ़ियो अर वेद विचारियो, निवल भुयंगम साधे, पंच जना स्यों संग न छुटक्यो, अधिक अहंग बुद्ध बाधे। प्यारे इन बिद मिल न जाई, मैं किए कर्म अनेका, हार परियो स्वामी कै द्वारै, दीजै बुद्ध बवेका। सारे कर्म कांडां दा जिक्र करके ਜਿਹੜੇ ਰੱਬ ਦੀ ਖੁਸ਼ੀ ਲੈਣ ਵਾਸਤੇ ਲੋਕ ਕਰਦੇ ਨੇ, ਉਹਨਾਂ ਸਾਰਿਆਂ ਦਾ ਖੰਡਨ ਕਰਕੇ, ਕਿਉਂਕਿ ਆਖਿਆ ਇਨ੍ਹਾਂ ਤਰੀਕਿਆਂ ਨਾਲ ਰੱਬ ਨਹੀਂ ਮਿਲਣਾ। ਲੋਕੋ ਜਿਹੜੇ ਤਰੀਕੇ ਤੁਸੀਂ ਅਪਣਾਏ ਨੇ ਹੈ ਬੜੇ ਔਖੇ, ਬੜੇ ਮਹਿੰਗੇ, ਬੜਾ ਸਮਾਂ ਲੱਗਦਾ। ਜਿਹੜੇ ਕਰਮ ਲੋਕ ਰੱਬ ਨੂੰ ਮਿਲਣ ਵਾਸਤੇ ਕਰਦੇ ਨੇ, ਰੱਬ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਕਰਦੇ ਨੇ, ਸੰਸਾਰੀ ਵਿਕਾਰਾਂ ਤੋਂ ਬਚਣ ਦੇ ਲਈ ਕਰਦੇ ਨੇ, ਸੰਸਾਰੀ ਤ੍ਰਿਸ਼ਨਾ ਤੋਂ ਬਚਣ ਦੇ ਲਈ ਕਰਦੇ ਨੇ, ਪਰ ਮਹਾਰਾਜ ਨੇ ਸਾਰਿਆਂ ਦਾ ਖੰਡਨ ਕੀਤਾ, ਸਾਰਿਆਂ ਦਾ ਜ਼ਿਕਰ ਵੀ ਕੀਤਾ, ਸਾਰਿਆਂ ਦਾ ਖੰਡਨ ਵੀ ਕੀਤਾ, ਤੇ ਫਿਰ ਕਹਿ ਦਿੱਤਾ ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, हार परियो स्वामी कै द्वारै, दीजै बुद्ध बवेका। जग्यासु हाथ जोड़ के बेनती करदा गुरु अर्जन देव जी महाराज, आप जी ने सारे कर्मां दा खंडन कर दिता। कोई कर्म है जेड़ा रब दे नेड़े लै जावे, जेड़ा संसार विच रहिंदियां संसार दे सारे जिहड़े रिश्तेदारियां, संसार दे संबंध, इन्हां विच विचरदियां ही निर्लेप कर देवे। महाराज ने आख्या हां है, वो केड़ा है? हर कीरत साध संगत है, सिर कर्मन के कर्मा, कौ नानक तिस भयो प्रापत, जिस पुरब लिखे का लैण, तेरो सेवक ए रंग माता, भयो कृपाल दीन दुख भंजन, हर हर कीर्तन एहो मन राता, रहाओ दूजा। हर कीरत साध संगत है, सिर कर्मन के कर्मा, कौ नानक तिस भयो प्रापत, जिस पुरब लिखे का लैना, तेरो सेवक ए रंग माता, भयो कृपाल दीन दुख भंजन, हर हर कीर्तन एव मन राता।
ਸਾਰੇ ਕਰਮਾਂ ਨਾਲੋਂ ਸ਼੍ਰੋਮਣੀ ਕਰਮ ਕਿਹੜਾ ਹੈ? ਵਾਹਿਗੁਰੂ ਪਰਮਾਤਮਾ ਦੀ ਕੀਰਤੀ, ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ, ਵਾਹਿਗੁਰੂ ਪਰਮਾਤਮਾ ਦੇ ਗੁਣ ਗਾਣੇ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਸੰਤ ਵਾਹਿਗੁਰੂ ਪਰਮਾਤਮਾ ਦੇ ਕੀਰਤਨ ਦਾ ਆਸਰਾ ਲੈਂਦੇ ਨੇ, ਵਾਹਿਗੁਰੂ ਪਰਮਾਤਮਾ ਦੀ ਕੀਰਤੀ ਮਨ ਕਰਕੇ ਤਨ ਕਰਕੇ ਕਰਦੇ ਨੇ, ਜਿਹੜੇ ਵਾਹਿਗੁਰੂ ਪਰਮਾਤਮਾ ਦਾ ਜਸ ਗਾਉਂਦੇ ਨੇ, ਦਇਆਲ ਵਾਹਿਗੁਰੂ ਪਰਮਾਤਮਾ ਕੀ ਕਰਦਾ ਹੈ? ਉਹਨਾਂ ਸੰਤਾਂ ਨੂੰ ਉਬਾਰ ਲੈਂਦਾ ਹੈ, ਉਹਨਾਂ ਨੂੰ ਬਚਾ ਲੈਂਦਾ ਹੈ। ਨਾ ਉਹਨਾਂ ਨੂੰ ਤ੍ਰਿਸ਼ਨਾ ਦੀ ਅੱਗ ਪਾਉਂਦੀ ਏ ਤੇ ਨਾ ਉਹਨਾਂ ਉੱਤੇ ਵਿਕਾਰ ਕੋਈ ਅਸਰ ਕਰਦੇ ਹਨ। ਉਹ ਆਪਣਾ ਲੋਕ ਵੀ ਸਵਾਰਦੇ ਨੇ ਤੇ ਪਰਲੋਕ ਵੀ ਸਵਾਰ ਲੈਂਦੇ ਹਨ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ। ਸੰਤਾਂ ਦੀ ਸੰਗਤ ਨਿਰਮਲ ਕਰਨ ਵਾਲੀ, ਭਾਵ ਜਿਹੜੇ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਆ ਜਾਂਦੇ ਨੇ, ਗੁਰੂ ਦੀ ਸੰਗਤ ਵਿੱਚ ਆ ਜਾਂਦੇ ਨੇ, ਨਿਰਮਲ ਜੀਵਨ ਵਾਲੇ ਬਣ ਜਾਂਦੇ ਨੇ। ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ ਹੈ, ਭਾਵ ਮੈਲ ਤੋਂ ਰਹਿਤ ਹੋ ਜਾਂਦਾ ਹੈ। ਉਹਨਾਂ ਦਾ ਮਨ ਸ਼ੁੱਧ ਹੋ ਜਾਂਦਾ ਹੈ, ਕਿਉਂਕਿ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਖੋਈ। ਕੋਟ ਅਗ ਹਰੇ ਨਿਰਮਲ ਭਏ ਚੀਤਾ। ਭਾਈ ਗੁਰਦਾਸ ਜੀ 2 ਪੌੜੀਆਂ ਦੇ ਵਿੱਚ ਸਤ ਸੰਗਤ ਦੀ ਗੱਲ ਤੇ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਦੀ ਗੱਲ ਬੜੇ ਸੁੰਦਰ ਢੰਗ ਨਾਲ ਸਮਝਾਉਂਦੇ ਨੇ। ਵੇਖੋ, ਆਪਾਂ ਵੀ ਗੁਰਬਾਣੀ ਦਾ ਕੀਰਤਨ ਆਪਣੇ ਨੇੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਨੇੜੇ ਗੁਰਦੁਆਰੇ ਨੇ, ਉੱਥੇ ਜਾ ਕੇ ਵੀ ਸੁਣਦੇ ਆ। ਸਮਾਂ ਕੱਢ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬੈਠ ਕੇ ਵੀ ਸੁਣਦੇ ਆ, ਸਤ ਸੰਗਤ ਵੀ ਕਰਦੇ ਆ। ਪਰ ਕੰਪੇਅਰ ਕਰਨਾ ਹੈ ਆਪਣੇ ਆਪ ਨੂੰ ਕਿ ਇੰਨੀ ਦੇਰ ਤੋਂ ਕੀਰਤਨ ਸੁਣਦਿਆਂ, ਸਤ ਸੰਗਤ ਕਰਦਿਆਂ, ਜੇ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆਈ, ਬਦਲਾਅ ਨਹੀਂ ਆਇਆ, ਅਸੀਂ ਆਪਣੇ ਜੀਵਨ ਨੂੰ ਬਦਲਿਆ ਨਹੀਂ, ਤੇ ਪਿਆਰਿਓ ਚੇਤੇ ਰੱਖਿਓ, ਕੀਰਤਨ ਵਿੱਚ ਕੋਈ ਕਮੀ ਨਹੀਂ, ਸਤ ਸੰਗਤ ਦੇ ਵਿੱਚ ਕੋਈ ਕਮੀ ਨਹੀਂ। ਕਮੀ ਕਿਤੇ ਸਾਡੇ ਵਿੱਚ ਹੋਵੇਗੀ, ਕਮੀ ਸਾਡੇ ਵਿੱਚ ਹੋਵੇਗੀ। ਵੇਖੋ, ਇੱਕ ਕੀਰਤਨ ਕਰਨ ਵਾਲਾ ਰੱਬ ਦਾ ਪਿਆਰਾ ਹੈ ਕੌਣ? ਸਾਧ ਸੰਗਤ। ਆਪਾਂ ਪੜ੍ਹਦੇ ਹਾਂ, ਸੁਨ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਨ ਨਾਈ। ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ। ਆਏ ਸੰਤ ਪਰੌਣੇ, ਕੀਰਤਨ ਹੋਵਾ ਰੈਣ ਸਬਾਈ। ਛੱਡ न सके संत जन, राज दुआर न सेव कमाई। सैन रूप होए, सैन रूप बन के राजा गया है। किथे? राजे दे द्वारे ते कौन गया है? सैन रूप हर जायक है, आया राणे नू रिझाई। सात जना नू विदा कर, राज दुआर गया शर्माई। अगू राजे सद के, गलों कवाए खोल पनाई। वस कीता हों तुद अज, बोले राजा सुने लुकाई। प्रगट करे भगत वडियाई। सत संगत सैन बुत्तियां भरन वाला है, दुख सुख दे स्नेह देन वाला है, लोकां दे दुख सुख दे स्नेह देन वाला है। राजे दे द्वार ते सेवा करदा है, मुट्ठी चापी करदा है, अपने कुल दे धर्म मुताबक। हुण संत परौणे आ गए, प्रेमा भगती करदे रात नूं लेट हो गए, नहीं जा सकिया राजे दे द्वारे। संतां नूं विदा करके गया, शर्म आ रही है भी मैं अज ड्यूटी ते नहीं आया, ध्यान देविओ, शर्मा रहा है। पर राजा खड़ा हो गया है, क्योंकि सत संगत रब आप अपने सेवक दे कारज सवारन वास्ते गया है, आप सैन दा रूप धारण करके गया है। राजे ने अपने गल दी पोशाक उतार के सैन दे गल विच पवा दिती ते कहंदे ने, राजा कहंदा जेहो जी सेवा अज कीती न, अगे कदी इहो जी सेवा नहीं हुई, क्योंकि रब ने कीती न। फिर ध्यान देविओ, राजा बोल रहा है,
ਲੋਕ ਸੁਣ ਰਹੇ ਨੇ, ਪਰ ਰਾਜਾ ਆਪਣੇ ਭਗਤ ਦੀ ਵਡਿਆਈ ਕਰ ਰਿਹਾ ਆਪਣੇ ਮੂੰਹ ਤੋਂ, ਪਰ ਹੋ ਕਿਸ ਦੀ ਰਹੀ? ਵਾਹਿਗੁਰੂ ਪਰਮਾਤਮਾ ਦੀ। ਬੋਲੇ ਰਾਜਾ ਸੁਨੇ ਲੁਕਾਈ, ਪ੍ਰਗਟ ਕਰੇ ਭਗਤ ਵਡਿਆਈ। ਰਾਜਾ ਬੋਲ ਰਿਹਾ ਹੈ, ਸਿਫਤ ਕਰ ਰਿਹਾ ਹੈ ਸੈਨ ਦੀ, ਪਰ ਸਾਧ ਸੰਗਤ ਵਡਿਆਈ ਕੌਣ ਕਰਵਾ ਰਿਹਾ ਹੈ? ਸਿਫਤ ਕੌਣ ਕਰਾ ਰਿਹਾ ਹੈ? ਵਾਹਿਗੁਰੂ ਪਰਮਾਤਮਾ ਜਿਹੜਾ ਸੈਨ ਦਾ ਰੂਪ ਬਣ ਕੇ ਗਿਆ। ਇਹ ਸਾਰੀ ਕੀਰਤਨ ਦੀ ਬਦੌਲਤ ਹੈ। ਸੁਖ ਰਾਜੇ ਹਰੀ ਚੰਦ ਕਰ, ਨਾਰ ਸੁਤਾਰਾ ਲੋਚਨ ਰਾਣੀ। ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਨੇ ਗੁਰਬਾਣੀ। ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਵਿਹਾਣੀ। ਰਾਣੀ ਦਿਸ ਨ ਆਵਈ, ਮਨ ਵਿੱਚ ਵਰਤ ਗਈ ਹੈਰਾਨੀ। ਹੋਰ ਤਰਾਤੀ ਉੱਠ ਕੇ ਚੱਲਿਆ, ਪਿੱਛੇ ਤਰਲ ਜਵਾਨੀ। ਰਾਣੀ ਪੌਤੀ ਸੰਗਤੀ, ਰਾਣੇ ਖੜੀ ਖੜਾਓ ਪੁਰਾਣੀ। ਖੜਾਓ ਪੁਰਾਣੀ। ਫਿਰ ਦੇਖਿਓ, ਸਾਧ ਸੰਗਤ ਆਰਾਧਿਆ, ਜੋੜੀ ਜੁੜੀ ਖੜਾਓ ਪੁਰਾਣੀ। ਸਾਧ ਸੰਗਤ ਵਿਟੋਂ ਕੁਰਬਾਨੀ। ਰਾਜੇ ਨੇ ਵੇਖਿਆ ਰਾਣੀ ਹੈ ਨਹੀਂ। ਉਸ ਰਾਤ ਨਹੀਂ, ਅਗਲੀ ਰਾਤ ਰਾਣੀ ਦੇ ਪਿੱਛਾ ਕੀਤਾ ਵੀ ਕਿੱਥੇ ਜਾਂਦੀ। ਸਾਧ ਸੰਗਤ ਦੇ ਵਿੱਚ ਚਲੀ ਗਈ। ਰਾਣੀ ਨੇ ਖੜਾਉ ਚੁੱਕ ਲਈ, ਜਿਹੜੀ ਅਸੀਂ ਖੜਾਉ ਉਸ ਦੀ ਇੱਕ ਪੈਰ ਚੁੱਕ ਲਿਆ। ਰਾਣੀ ਆਈ ਸਾਧ ਸੰਗਤ ਕਰਕੇ, ਥਰਥੱਲੀ ਨਹੀਂ ਮਚਾਈ, ਗਾਲਾਂ ਨਹੀਂ ਕੱਢੀਆਂ, ਬਲਕਿ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਪਰਮਾਤਮਾ ਨੂੰ ਆਰਾਧਿਆ। ਜੋੜੀ ਪੂਰੀ ਜੁੜ ਗਈ। ਜਿਵੇਂ ਪਹਿਲੀ ਖੜਾਮ ਪਈ ਹੋਈ ਸੀ, ਨਾਲ ਇੱਕ ਹੋਰ ਜੁੜ ਗਈ। ਜਦੋਂ ਘਰ ਪਾ ਕੇ ਆਈ, ਰਾਜਾ ਬੜਾ ਹੈਰਾਨ ਹੋਇਆ। ਕਹਿਣ ਲੱਗਾ ਵੀ ਇਹ ਖੜਾਮ ਕੋਈ ਅਚਰਜ ਕੌਤਕ ਕਰਨ ਵਾਲੀ, ਕਿਤੇ ਘਰੋਂ ਉੱਥੇ ਤਾਂ ਨਹੀਂ ਚਲੀ ਗਈ। ਪਰ ਰਾਣੀ ਨੇ ਆਖਿਆ, ਨਹੀਂ ਰਾਜਾ, ਇਹ ਸਾਰੀ ਸਾਧ ਸੰਗਤ ਦੀ ਕਿਰਪਾ ਹੈ। ਫਿਰ ਧਿਆਨ ਦੇਵਿਓ, ਸੰਤ ਉਦਾਹਰਨ ਦਿਆਲੰ, ਆਸਰਮ ਗੋਪਾਲ ਕੀਰਤਨ, ਨਿਰਮਲੰਗ ਸੰਤ ਸੰਗੇਨ, ਓਟ ਨਾਨਕ ਪਰਮੇਸ਼ਰ ਹੈ। ਪ੍ਰਭੂ ਪਿਆਰਿਆਂ ਦੀ ਸੰਗਤ ਨਿਰਮਲ ਕਰਨ ਵਾਲੀ ਹੈ। ਨਿਰਮਲ ਜੀਵਨ ਬਣ ਜਾਂਦਾ ਹੈ ਪ੍ਰਭੂ ਪਿਆਰਿਆਂ ਦੇ ਨਾਲ ਮਿਲ ਕੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਤੂੰ ਵੀ ਐ ਬੰਦਿਆ, ਐ ਮਨ, ਉਸ ਵਾਹਿਗੁਰੂ ਪਰਮਾਤਮਾ ਦਾ ਪੱਲਾ ਫੜ, ਉਸ ਵਾਹਿਗੁਰੂ ਪਰਮਾਤਮਾ ਦਾ ਓਟ ਆਸਰਾ ਲੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਚੰਦਨ ਵੀ ਸੀਤਲ ਹੈ। ਚੰਦਰਮਾ ਦੀ ਰਾਤ ਜਿਹੜੀ ਹੈ ਚਾਂਦਨੀ ਵਾਲੀ, ਉਹ ਵੀ ਸੀਤਲ ਹੈ। ਤੇ ਸਾਧ ਸੰਗਤ ਸਰਦ ਰੁੱਤ ਵੀ ਸੀਤਲ ਹੈ। ਪਰ ਜਿਸ ਬੰਦੇ ਦੇ ਅੰਦਰ ਅਸ਼ਾਂਤੀ ਹੈ, ਜਿਸ ਬੰਦੇ ਦੇ ਅੰਦਰ ਟਿਕਾ ਨਹੀਂ, ਜਿਸ ਬੰਦੇ ਦੇ ਅੰਦਰ ਵਿਕਾਰਾਂ ਦੀ ਅੱਗ ਹੈ, ਨਾ ਚੰਦਨ ਨੇ ਕੁਝ ਕਰਨਾ ਹੈ, ਨਾ ਚੰਦਰਮਾ ਨੇ ਕੁਝ ਕਰਨਾ ਹੈ, ਤੇ ਨਾ ਸਰਦ ਰੁੱਤ ਨੇ ਕੁਝ ਕਰਨਾ ਹੈ। ਆ ਤੁਸੀਂ ਵੇਖਿਆ ਹੋਣਾ, ਜਿਹੜੇ ਵਿਕਾਰੀ ਬੰਦੇ ਨੇ, ਸੜੇ ਹੋਏ, ਭਾਵੇਂ ਚੰਦਨ ਵੀ ਮੱਥੇ ਤੇ ਲਾ ਲੈਣ, ਬੋਲ ਉਹਨਾਂ ਦੇ ਸੀਤਲ ਨਹੀਂ ਹੋਣਗੇ, ਅੰਦਰ ਉਹਨਾਂ ਦੀ ਠੰਡ ਨਹੀਂ। ਭਾਵੇਂ ਚੰਦਰਮਾ ਦੀ ਰਾਤ ਵੀ ਹੋਵੇ ਚਾਂਦਨੀ, ਭਾਵੇਂ ਸਰਦ ਰੁੱਤ ਵੀ ਹੋਵੇ, ਪਰ ਉਹਨਾਂ ਦੀ ਅੰਦਰ ਦੀ ਘਾਮ, ਘਾਮ ਤੋਂ ਭਾਵ ਹੈ ਗਰਮੀ, ਗਰਮੀ ਤੋਂ ਭਾਵ ਵਿਕਾਰਾਂ ਦੀ ਅੱਗ, ਇਹਨਾਂ ਚੀਜ਼ਾਂ ਦੇ ਨਾਲ ਨਹੀਂ ਮਿਟਦੀ। ਇਹਨਾਂ ਚੀਜ਼ਾਂ ਦੇ ਨਾਲ ਨਹੀਂ ਮਿਟਲਦੀ। ਨੈ ਸੀਤਲੰ ਚੰਦਰ ਦੇਵ ਹੈ, ਨੈ ਸੀਤਲੰ ਬਾਵਨ ਚੰਦਨ, ਨੈ ਸੀਤਲੰ ਸੀਤ ਰੋਤੇਨ। ਨਾਨਕ ਸੀਤਲੰਗ ਸਾਧ ਸਵਜਨ। ਮਹਾਰਾਜ ਇੱਥੇ ਵੀ ਕਿਰਪਾ ਕਰ ਰਹੇ ਨੇ, ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਘਾਮ ਕਹਿੰਦੇ ਨੇ ਗਰਮੀ, ਗਰਮੀ ਤੋਂ ਭਾਵ ਵਿਕਾਰਾਂ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਇਹਨਾਂ ਚੀਜ਼ਾਂ ਨੂੰ ਲਾਣ ਨਾਲ ਨਹੀਂ ਬੁਝਦੀ। ਸੀਤਲ ਥੈਵੇ ਨਾਨਕਾ ਜਪੰਦੜੋ ਹਰ ਨਾਮ। ਜਿਹੜੇ ਹਰੀ ਦਾ ਨਾਮ ਜਪਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਉਹ ਸੀਤਲ ਹੋ ਜਾਂਦੇ ਨੇ। ਸਗ ਨਾਨਕ ਦੇ ਬਾਨ ਮਸਤਾਨਾ, ਨਿਤ ਚੜੇ ਸੁਆਇਆ। ਸਗ ਨਾਨਕ ਦੀ ਬਾਨ ਮਸਤਾਨਾ,
ਨਿਤ ਚੜੇ ਸੁਆਇਆ ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਵਾਹਿਗੁਰੂ ਮੈਂ ਤੇਰੇ ਦਰਬਾਰ ਦਾ ਕੁੱਤਾ। ਫਿਰ ਧਿਆਨ ਦੇਵੋ, ਸਗ ਨਾਨਕ ਦੀਵਾਨ। ਸਗ ਕਹਿੰਦੇ ਨੇ ਕੁੱਤੇ ਨੂੰ, ਵਾਹਿਗੁਰੂ ਮੈਂ ਤੇਰੇ ਦਰ ਦਾ ਦੀਵਾਨ ਕਹਿੰਦੇ ਨੇ ਦਰ ਦਾ, ਦਰਬਾਰ ਦਾ ਕੁੱਤਾ ਹਾਂ, ਮਸਤਾਨਾ। ਪਰ ਕਿਰਪਾ ਕਰੀ ਇਹ ਮਸਤੀ ਮੈਨੂੰ ਦਿਨ ਰਾਤ ਚਰੀ ਰਵੇ। ਸਗ ਨਾਨਕ ਦੀਵਾਨ ਮਸਤਾਨਾ ਨਿਤ ਚੜੇ ਸੁਆਇਆ। ਆਤਸ਼ ਦੁਨੀਆ, ਦੁਨੀਆ ਅੱਗ ਹੈ। ਖੁਨਕ ਨਾਮ ਖੁਦਾਇਆ, ਖੁਦਾ ਦਾ ਨਾਮ ਜਿਹੜਾ ਹੈ ਖੁਨਕ, ਖੁਨਕ ਤੋਂ ਭਾਵ ਠੰਡਾ, ਸ਼ੀਤਲ ਹੈ। ਕਲ ਤਾਤੀ ਠੰਡਾ ਹਰ ਨਾਉ। ਕਲ ਯੁਗ ਦਾ ਪ੍ਰਭਾਵ ਗਰਮ ਹੈ। ਵਾਹਿਗੁਰੂ ਪਰਮਾਤਮਾ ਦਾ ਨਾਮ ਠੰਡਾ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਜੋ ਪੱਕਾ ਰੋਗੀ ਵਿਰਲਾਏ। ਮਹਾਰਾਜ ਕਿਰਪਾ ਕਰਦੇ ਨੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਦੋਂ ਹਰੀ ਦਾ ਨਾਮ ਜਪਾਂਗੇ ਠੰਡ ਅੰਦਰ ਵਰਤੇਗੀ, ਠੰਡ ਅੰਦਰ ਆਵੇਗੀ। ਸਤਿਗੁਰੂ ਕਿਰਪਾ ਕਰਦੇ ਨੇ, ਜੇ ਤੂੰ ਚਾਹਨਾ ਕਿ ਮੈਨੂੰ ਸ਼ਾਂਤੀ ਪ੍ਰਾਪਤ ਹੋਵੇ, ਜੇ ਤੂੰ ਚਾਹਨਾ ਮੇਰੇ ਅੰਦਰ ਠੰਡ ਵਰਤੇ, ਤੇ ਫਿਰ ਕੀ ਕਰ, ਵਾਹਿਗੁਰੂ ਪਰਮਾਤਮਾ ਦਾ ਨਾਮ ਆਪਣੇ ਜੀਵਨ ਦੇ ਅੰਦਰ ਜਪ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਾਨਾ। ਜਿਨ੍ਹਾਂ ਨੇ ਵੀ ਵਾਹਿਗੁਰੂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਲਿਆ, ਉਹ ਸਾਰੇ ਸੇਵਕ ਹੀ ਉਧਰ ਗਏ। ਭਾਵ ਉਹਨਾਂ ਦਾ ਉਧਾਰ ਹੋ ਗਿਆ। ਸ਼ਲੋਕਾਂ ਦਾ ਭਾਵ ਪੌੜੀ ਵਿੱਚ ਤੇ ਪੌੜੀ ਦਾ ਭਾਵ ਸ਼ਲੋਕਾਂ ਵਿੱਚ, ਕਿਉਂਕਿ ਮੇਨ ਪੌੜੀ ਨਾ ਜਿਹਨੂੰ ਆਪਾਂ ਰਹਾਉ ਦਾ ਬੰਦ ਕਹੀਏ, ਸ਼ਲੋਕ ਇਸ ਦੀ ਵਿਆਖਿਆ ਨੇ, ਕਿਉਂਕਿ 12 ਪੌੜੀਆਂ ਹੀ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਾਲ ਸ਼ਲੋਕ ਲਾਏ ਤਾਂ ਜੋ ਪੌੜੀ ਦੀ ਸਮਝ ਆ ਜਾਵੇ। ਇੱਥੇ ਮਹਾਰਾਜ ਆਖਦੇ ਨੇ, ਜਿਨ੍ਹਾਂ ਨੇ ਵੀ ਵਾਹਿਗੁਰੂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆ, ਤ੍ਰਿਸ਼ਨਾ ਦੀ ਅੱਗ ਤੋਂ ਵੀ ਬਚ ਗਏ, ਵਿਕਾਰਾਂ ਦੀ ਅੱਗ ਤੋਂ ਵੀ ਬਚ ਗਏ। ਉਹਨਾਂ ਦਾ ਜਿਹੜਾ ਹੈ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਗਿਆ। ਹੁਣ ਕੌਣ ਨੇ ਜਿਹੜੇ ਚਰਨ ਕਮਲਾਂ ਦਾ ਆਸਰਾ ਲੈਂਦੇ ਨੇ? ਕਿੰਨਾਂ ਨੂੰ ਮਿਲੇਗਾ? ਸਾਧ ਸੰਗਤ, ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਜਿਨ੍ਹਾਂ ਉੱਤੇ ਸਤਿਗੁਰੂ ਤਰੁੱਠਦਾ ਹੈ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਟੇਕ ਮਿਲਦੀ, ਆਸਰਾ ਮਿਲਦਾ, ਸਹਾਰਾ ਮਿਲਦਾ। ਤੇ ਜਿਨ੍ਹਾਂ ਨੂੰ ਸਹਾਰਾ ਮਿਲ ਜਾਂਦਾ ਹੈ ਉਹ ਫਿਰ ਆ ਦੁਨਿਆਵੀ ਸਵਰਗ ਨਰਕ ਦੀ ਪਰਵਾਹ ਨਹੀਂ ਕਰਦੇ। ਜੀਵਨ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਬਸ ਚਰਨਾਂ ਵਿੱਚ ਹੀ ਜੁੜੇ ਰਹਿੰਦੇ ਨੇ। ਕਬੀਰ, ਸੁਰਗ ਨਰਕ ਤੇ ਮੈਂ ਰਹਿਓ, अपने गुर प्रसाद चरण कमल की मौज में रहूं अंत अर आद। कबीर चरण कमल की मौज को कह कैसे उन्मान, कहबे को शोभा नहीं देखा ही परवान। सतगुरु कृपा करते ने जिन्ना भी मनुखा ने वाहिगुरु दे सोहने चरनां दा आसरा लिया बच गए, तृष्णा दी अग तो बच गए, विकारां दी अग तो ते संसार तो उन्हां दा पार उतारा हो गया। सुन परताप गोविंद निरभਉ ਭਏ ਮਨ। ਜਿਹੜੇ ਵਾਹਿਗੁਰੂ ਪਰਮਾਤਮਾ ਦਾ ਪ੍ਰਤਾਪ ਸੁਣਦੇ ਨੇ, ਵਡਿਆਈਆਂ ਸੁਣਦੇ ਨੇ, ਜਸ ਸੁਣਦੇ ਨੇ, ਮਹਾਰਾਜ ਆਖਦੇ ਨੇ ਮਨ ਕਰਕੇ ਨਿਰਭਉ ਹੋ ਜਾਂਦੇ ਨੇ। ਕਈ ਬੰਦੇ ਡਰੀ ਜਾਂਦੇ ਨੇ ਪਰ ਉਹ ਕਹੀ ਜਾਣਗੇ ਬਾਹਰੀ ਤੌਰ ਤੇ ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ, ਡਰਦੇ ਬਹੁਤ ਨੇ ਪਰ ਕਹਿੰਦੇ ਨੇ ਮੈਂ ਨਹੀਂ ਪਰਵਾਹ ਕਰਦਾ। ਹੁਣ ਵੇਖੋ ਬੱਚਾ ਜਿਹੜਾ ਉਹਨੂੰ ਡਰ ਦੇਣ ਵਾਸਤੇ ਆਪਾਂ ਕੀ ਕਰਦੇ ਹਾਂ? ਵੱਧ ਤੋਂ ਵੱਧ ਇਹੋ ਕਹਿੰਦੇ ਇਹਨੂੰ ਅੰਦਰ ਬੰਦ ਕਰ ਦਿਓ, ਇਹਨੂੰ ਅੰਦਰ ਬੰਦ ਕਰ ਦਿਓ, ਤੇ ਨਾਲ ਹੀ ਕਹਿ ਦਿੱਤਾ ਜਾਂਦਾ ਵੀ ਕੋਈ ਘਰ ਦਾ ਜੀ ਇਸ ਬੱਚੇ ਨੂੰ ਬਾਹਰ ਨਹੀਂ ਕੱਢੇਗਾ।
ਹੁਣ ਵੇਖੋ ਰਾਜਾ ਵੀ ਪ੍ਰਹਲਾਦ ਦੇ ਉਲਟ, ਰਾਜੇ ਦੀ ਪ੍ਰਜਾ ਵੀ ਪ੍ਰਹਲਾਦ ਦੇ ਉਲਟ, ਜਿਹੜੇ ਉਸਤਾਦ ਨੇ ਸਿੱਖਿਆ ਦੇਣ ਵਾਲੇ, ਦੁਨਿਆਵੀ ਪੜ੍ਹਾਈ ਪੜ੍ਹਾਉਣ ਵਾਲੇ ਉਹ ਵੀ ਉਲਟ, ਇੱਥੋਂ ਤੱਕ ਜਨਮ ਦੇਣ ਵਾਲੀ ਵੀ ਉਲਟ ਹੋ ਗਈ। ਉਹਨੇ ਵੀ ਸਿੱਖਿਆ ਦਿੱਤੀ ਰਾਜੇ ਦੀ ਗੱਲ ਮੰਨ ਲੈ, ਪਰ ਨਹੀਂ। ਆਖਦੇ ਨੇ ਜਦੋਂ ਮਨ ਕਰਕੇ ਕੋਈ ਡਰਦਾ ਨਹੀਂ, ਤਨ ਵੀ ਨਹੀਂ ਡਰਦਾ। ਜਦੋਂ ਮਨ ਕਰਕੇ ਨਾ ਕੋਈ ਡਰੇ, ਤਨ ਵੀ ਨਹੀਂ ਡਰਦਾ। ਮਹਾਰਾਜ ਕਿਰਪਾ ਕਰਦੇ ਨੇ, ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਬਾਰ ਕਹਿੰਦੇ ਨੇ ਦਰਵਾਜ਼ੇ ਨੂੰ, ਤਾਲਾ ਲਾ ਦਿੱਤਾ। ਨਿਰਭਉ ਬਾਲਕ ਮੂਲ ਨਾ ਡਰੀ, ਮੇਰੇ ਅੰਤਰ ਗੁਰ ਗੋਪਾਲਾ। ਅੰਦਰ ਰੱਬ ਵਸਿਆ ਹੋਇਆ ਜਿਹੜਾ ਨਿਰਭਉ ਹੈ। ਮੂਲ ਮੰਤਰ ਦੇ ਆਪਾਂ ਅੰਦਰ ਪੜ੍ਹਦੇ ਨਾ, ਵਾਹਿਗੁਰੂ ਨਿਰਭਉ ਹੈ, ਤੇ ਜਿਹੜਾ ਨਿਰਭਉ ਨੂੰ ਜਪੇਗਾ ਨਿਰਭਉ ਹੋ ਜਾਏਗਾ। ਮਹਾਰਾਜ ਆਖਦੇ ਨੇ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਵੀ ਵਾਹਿਗੁਰੂ ਪਰਮਾਤਮਾ ਦਾ ਪ੍ਰਤਾਪ ਸੁਣਿਆ, ਵਡਿਆਈ ਸੁਣੀ, ਜਸ ਸੁਣਿਆ, ਉਹ ਸਾਰੇ ਮਨ ਕਰਕੇ ਨਿਰਭਉ ਹੋ ਗਏ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਧਨ ਸੰਚਿਆ, ਨਾਮ ਰੂਪੀ ਧਨ ਇਕੱਠਾ ਕੀਤਾ, ਉਹਨਾਂ ਨੂੰ ਕਦੀ ਤੋਟਾ ਨਹੀਂ ਆਂਦਾ। ਕਿਉਂਕਿ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਆ ਕਈ ਵਾਰੀ ਆਪਾਂ ਬਹਿਨੇ ਗਿਲੇ ਵੀ ਕਰਦੇ ਆਂ ਵੀ ਖਾਂਦਿਆਂ ਖਾਂਦਿਆਂ ਤਾਂ ਖੂਹ ਵੀ ਮੁੱਕ ਜਾਂਦੇ ਨੇ। ਫਿਰ ਧਿਆਨ ਦੇਵਿਓ, ਜਦੋਂ ਬੰਦਾ ਦੁਨਿਆਵੀ ਧਨ ਕਮਾ ਕੇ ਇਕੱਠਾ ਕਰਕੇ ਰੱਖ ਲਵੇ, ਰੱਖਦਾ ਤੇ ਇਸ ਵਾਸਤੇ ਹਨ ਵੀ ਜਦੋਂ ਮੁਸੀਬਤ ਆਵੇਗੀ ਬਹਿ ਕੇ ਖਾ ਲਵਾਂਗਾ, ਜਦੋਂ ਨਾ ਮਿਲਿਆ ਬਹਿ ਕੇ ਖਾ ਲਵਾਂਗਾ। ਤੇ ਆ ਕਰੋਨਾ 1 ਸਾਲ ਵਾਸਤੇ ਆਇਆ ਨਾ, ਕਰੋਨਾ ਦੀ ਬਿਮਾਰੀ, ਤੇ ਵੱਡੇ ਵੱਡਿਆਂ ਨੂੰ ਲਾ ਕੇ ਰੱਖ ਦਿੱਤਾ। ਵੱਡੇ ਵੱਡਿਆਂ ਦੇ ਕਾਰੋਬਾਰ ਜਿਹੜੇ ਨੇ ਸਾਧ ਸੰਗਤ ਹਿੱਲ ਗਏ ਨੇ। ਕਿਉਂ? ਕਿਉਂਕਿ ਦੁਨਿਆਵੀ ਧਨ ਨਾਲ ਚੱਲਦੇ ਨੇ। ਦੁਨਿਆਵੀ ਧਨ ਜਿੱਥੇ ਵੀ ਵਰਤਿਆ ਜਾਵੇਗਾ, ਦੁਨਿਆਵੀ ਧਨ ਦਾ ਖਜ਼ਾਨਾ ਘਟੇਗਾ, ਤੇ ਜਿਹੜਾ ਨਾਮ ਦਾ ਖਜ਼ਾਨਾ ਹੈ, ਇਹਨੂੰ ਜਿੰਨਾ ਵੱਧ ਤੋਂ ਵੱਧ ਜਪਣ ਵਾਲਾ ਜਪੇਗਾ, ਹੋਰ ਨਾ ਨੂੰ ਜਪਾਏਗਾ, ਇਹ ਵੱਧਦਾ ਹੀ ਜਾਵੇਗਾ। ਮਹਾਰਾਜ ਨੇ ਆਖਿਆ ਨਾ, ਖਾਵੇਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵਾਧੋ ਜਾਈ। ਇਹ ਖਜ਼ਾਨਾ ਹੀ ਐਸਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਨਾਮ ਧਨ ਸੰਚਿਆ, ਉਹਨਾਂ ਨੂੰ ਕਦੀ ਫਿਰ ਕਮੀ ਨਹੀਂ ਆਂਦੀ, ਉਹਨਾਂ ਦੇ ਖਜ਼ਾਨੇ ਘਟਦੇ ਨਹੀਂ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ। ਪ੍ਰਭੂ ਪਿਆਰਿਆਂ ਦਾ ਜਿਹੜਾ ਹੈ ਸੰਗ, ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਕਿਉਂਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਪ੍ਰਭੂ ਪਿਆਰਿਆਂ ਦਾ ਸੰਗ ਵੱਡੀ ਕਿਸਮਤ ਨਾਲ ਪ੍ਰਾਪਤ ਹੁੰਦਾ ਹੈ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਸਤਿਗੁਰੂ ਕਿਰਪਾ ਕਰਦੇ ਨੇ, ਰੱਬ ਦੇ ਪਿਆਰੇ ਕੀ ਕਰਦੇ ਨੇ, ਅੱਠੇ ਪੈਰ ਬਹਿੰਦਿਆਂ ਉੱਠਦਿਆਂ ਜਾਗਦਿਆਂ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਦੇ ਨੇ, ਉਸ ਨੂੰ ਧਿਆਉਂਦੇ ਨੇ, ਤੇ ਉਸ ਦਾ ਜਸ ਆਪਣੇ ਕੰਨਾਂ ਨਾਲ ਸੁਣਦੇ ਨੇ। ਪੜ੍ਹਦੇ ਆ ਨਾ ਆਪਾਂ ਸਾਰੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਤੁਨ ਗਾਵਤ, ਬੋਲਤ ਬੋਲ ਅਜਾਏ। ਰੱਬ ਦੇ ਪਿਆਰੇ ਜਿਹੜੇ ਹਰੀ ਦਾ ਜਸ ਸੁਣਨ ਵਾਲੇ ਨੇ, ਹਰੀ ਦਾ ਜਸ ਕਰਨ ਵਾਲੇ ਨੇ, ਨਾਮ ਜਪਣ ਵਾਲੇ ਨੇ, ਉਹ ਅਰਦਾਸਾਂ ਕਰਦੇ ਨੇ, ਰੱਬ ਜੀ, ਮੋਹਨ ਜੀ, ਮਨ ਨੂੰ ਮੋਹਨ ਵਾਲੇ, ਮੈਂ ਕਦੀ ਵੀ ਸਰਵਨ ਨਾ ਕਰਾਂ ਕੰਨਾਂ ਦੇ ਨਾਲ, ਬੋਲ ਨਾ ਸੁਣਾ ਕਿੰਨਾਂ ਦੇ ਸਾਗਤਾਂ ਦੇ ਜਿਹੜੇ ਰੱਬ ਨਾਲ ਟੁੱਟੇ ਹੋਏ ਨੇ, ਉਹਨਾਂ ਦੀਆਂ ਧੁਨਾਂ, ਉਹਨਾਂ ਦੇ ਗੀਤ, ਉਹਨਾਂ ਦੇ ਆਲਾਪ ਮੈਂ ਨਾ ਸੁਣਾ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਤੁਨ ਗਾਵਤ, ਬੋਲਤ ਬੋਲ ਅਜਾਏ। ਅਜਾਏ ਤੋਂ ਭਾਵ ਵਿਅਰਥ ਹਨ ਉਹ ਬੋਲ ਜਿਨ੍ਹਾਂ ਦੇ ਵਿੱਚ ਰੱਬ ਦੀ ਕੀਰਤੀ ਨਹੀਂ, ਰੱਬ ਦਾ ਜਸ ਨਹੀਂ। ਦੋਵਾਂ ਸ਼ਲੋਕਾਂ ਦਾ
ਤੇ ਪੌੜੀ ਦਾ ਭਾਵ ਅਰਥ ਇਹ ਹੈ ਕਿ ਸਾਧ ਸੰਗਤ ਅਸੀਂ ਮਨੁੱਖਾ ਜੀਵਨ ਪ੍ਰਾਪਤ ਕਰਕੇ ਗੁਰਸਿੱਖਾਂ ਦੇ ਘਰ ਵਿੱਚ ਜੰਮ ਕੇ ਗੁਰਸਿੱਖ ਬਣ ਕੇ ਕਿਸੇ ਹੋਰ ਵੱਲ ਧਿਆਨ ਨਾ ਦੇਈਏ, ਕੇਵਲ ਤੇ ਕੇਵਲ ਆਪਣੇ ਗੁਰੂ ਵੱਲ ਤੇ ਵਾਹਿਗੁਰੂ ਪਰਮਾਤਮਾ ਵੱਲ ਧਿਆਨ ਦੇਈਏ। ਕਿਉਂਕਿ ਪਹਿਲੇ ਜਾਮੇ ਦੇ ਅੰਦਰ ਇਹ ਗੱਲ ਕਹੀ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ, ਤੇ 10ਵੇਂ ਜਾਮੇ ਵਿੱਚ ਜਾ ਕੇ ਇਹਨਾਂ ਗੱਲਾਂ ਨੂੰ ਦੁਹਰਾ ਦਿੱਤਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਜੀਵਨ ਦੇ ਅੰਦਰ ਕਰੋ। ਇਹ ਲੋਕ ਸੌਰੇਗਾ ਪਰ ਲੋਕ ਵੀ ਸੌਰੇਗਾ। ਸਾਧ ਸੰਗਤ ਭਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਜਿਹੜੀ ਨਾ ਪੌੜੀ ਪਹਿਲੀ ਵਾਰ ਦੇ ਅੰਦਰ ਦਰਜ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦੇ ਲਗਭਗ ਸਾਧ ਸੰਗਤ 52 ਕੁ ਸਾਲ ਜਨਮ ਤੋਂ ਹੀ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਦਾਤ ਦੇਣੀ ਸ਼ੁਰੂ ਕਰ ਦਿੱਤੀ। ਕਿਉਂਕਿ ਦਾਈ ਨੇ ਕਿਹਾ ਸੀ ਨਾ, ਜਿਹੜੀ ਜਨਮ ਵੇਲੇ ਆਈ ਸੀ, ਬਾਬਾ ਕਾਲੂ ਜੀ ਆ ਦੁਨਿਆਵੀ ਦੌਲਤ ਰਹਿਣ ਦਿਓ, ਨਹੀਂ ਚਾਹੀਦੀ, ਮੈਂ ਰੱਜ ਗਈ ਹਾਂ। ਆਖਿਆ ਕਿੰਨੇ ਤੈਨੂੰ ਦੌਲਤ ਦਿੱਤੀ? ਆਖਣ ਲੱਗੇ ਜਿਹੜਾ ਤੇਰੇ ਘਰ ਦੇ ਵਿੱਚ ਪੁੱਤਰ ਬਣ ਕੇ ਆਇਆ, ਉਹਨੇ ਇੰਨੀ ਕੋ ਦੌਲਤ ਦੇ ਦਿੱਤੀ। ਨਾਮ ਦੌਲਤਾਂ ਸੀ ਪਰ ਦੌਲਤ ਕਦੀ ਵੇਖੀ ਨਹੀਂ ਸੀ, ਪਰ ਹੁਣ ਇੰਨੀ ਦੌਲਤ ਮਿਲ ਗਈ ਹੈ, ਮੇਰੀ ਨਹੀਂ, ਮੇਰੀਆਂ ਕਈ ਜਿਹੜੀਆਂ ਨਾ ਪੁਸ਼ਤਾ ਉਹਨਾਂ ਦੀ ਵੀ ਭੁੱਖ ਮਿਟ ਗਈ, ਰੱਜ ਗਈਆਂ। ਬਾਬਾ ਨਾਨਕ ਨੇ ਜਨਮ ਤੋਂ ਵੰਡਣਾ ਸ਼ੁਰੂ ਕੀਤਾ ਕਿ ਨਾਮ ਦਾ ਦਾਨ। ਤੇ ਸਾਧ ਸੰਗਤ ਲਗਾਤਾਰ 70 ਸਾਲ 4 ਮਹੀਨੇ 3 ਦਿਨ ਸਰੀਰ ਦੇ ਵਿੱਚ ਰਹਿ ਕੇ ਆਖਰੀ ਦਮ ਤੱਕ ਇਹ ਦਾਤ ਵੰਡੀ, ਇਹ ਦਾਤ ਲੋਕਾਂ ਦੇ ਅੰਦਰ ਵੰਡੀ। ਪਰ ਜਿਹੜੇ 18 ਸਾਲ ਨੇ ਨਾ, ਅਖੀਰਲੇ 18 ਸਾਲ ਬਾਬੇ ਨੇ ਸਾਧ ਸੰਗਤ ਭੇਖ ਜਿਹੜਾ ਸੀ ਉਦਾਸੀ ਵਾਲਾ ਲਾ ਸੁੱਟਿਆ। ਪੜ੍ਹਦੇ ਹਨ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਤੇ ਨਾਲ ਹੀ ਕਹਿ ਦਿੱਤਾ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਪਹਿਲਾਂ ਲੋੜ ਮੁਤਾਬਕ ਪ੍ਰਚਾਰ ਕਰਨ ਵੇਲੇ ਗੇਰੂ ਰੰਗ ਦੇ ਕੱਪੜੇ ਪਾ ਲੈ, ਕਈ ਦਿਨ ਮਿੱਟੀ ਘੱਟੇ ਵਿੱਚ ਕੱਢ ਜਾਂਦੇ ਸੀ, ਧੋਣ ਦੀ ਲੋੜ ਨਹੀਂ ਸੀ ਪੈਂਦੀ। ਪਰ ਜਦੋਂ ਕਰਤਾਰਪੁਰ ਆ ਗਏ, ਸੰਸਾਰੀ ਕੱਪੜੇ ਪਾ ਲੈ, ਸੰਸਾਰੀ ਕੱਪੜੇ ਪਾ ਲੈ। ਕੰਮ ਉਹੋ ਹੀ ਕਰ ਰਹੇ ਨੇ ਜਿਹੜਾ ਉਦਾਸੀਆਂ ਦੇ ਵੇਲੇ ਕੀਤਾ, ਕੰਮ ਉਹੋ ਹੀ ਕਰਤਾਰਪੁਰ ਕਰ ਰਹੇ ਨੇ। ਕਿਉਂਕਿ ਸਤ ਸੰਗਤ ਦੀ ਨੀਂਹ, ਨਿਤਨੇਮ ਦੀ ਨੀਂਹ ਕਰਤਾਰਪੁਰ ਦੇ ਅੰਦਰ ਹੀ ਰੱਖੀ ਗਈ। ਆਪਾਂ ਪੜ੍ਹਦੇ ਹਨ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਸਤਿਗੁਰਾਂ ਨੇ ਇਹ ਮਰਿਆਦਾ ਬਣਾਈ, ਪਰ ਨਾਲ ਦੀ ਨਾਲ ਪ੍ਰਚਾਰ ਕਰਨ ਵਾਸਤੇ ਵੀ ਜਾਂਦੇ ਸੀ। ਭਾਈ ਸਾਹਿਬ ਕਹਿੰਦੇ ਨੇ, ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ। ਮਹਾਰਾਜ ਆਖਦੇ ਨੇ, ਭਾਈ ਗੁਰਦਾਸ ਜੀ ਜਾਰਤ ਮੁਲਤਾਨ ਦੀ ਕਰਕੇ ਬਾਬਾ ਜੀ ਕਰਤਾਰਪੁਰ ਆ ਗਏ। ਇੱਥੇ ਆ ਕੇ ਜਿਹੜਾ ਕਰਮ ਕਰਦੇ ਨੇ ਉਸ ਵਿੱਚ ਨਿਤਾ ਪ੍ਰਤੀ ਵਾਧਾ ਹੋ ਰਿਹਾ ਹੈ। ਕਿਉਂਕਿ ਵਿਨ ਨਾਮੇ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ ਸਬਾਇਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੇ ਫਿਰ ਆਖਦੇ ਨੇ, ਜੋਤੀ ਜੋਤ ਮਿਲਾਇਕ ਹੈ, ਜੋਤੀ ਜੋਤ ਮਿਲਾਇਕ ਹੈ। ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦੇ ਨੇ ਜੰਮਦੇ ਨੇ ਮਰਦੇ ਨੇ, ਮਰਦੇ ਨੇ ਜੰਮਦੇ ਨੇ। ਇਹ ਤਾਂ ਸਿਲਸਿਲਾ ਜਦੋਂ ਦਾ ਸੰਸਾਰ ਬਣਿਆ ਚੱਲ ਰਿਹਾ। ਇਹ ਸਿਲਸਿਲਾ ਜਦੋਂ ਦਾ ਸੰਸਾਰ ਬਣਿਆ ਚੱਲ ਰਿਹਾ। ਪਰ ਕਹਿੰਦੇ ਨੇ ਜਿੱਥੇ ਮਰਨ ਹੈ ਉੱਥੇ ਨਾਲ ਜਨਮ ਹੈ।
जन्म मरण दे नाल है, क्योंकि जम जम मरै मरै फिर जमै बहुत सजाए भया देश लम्मे। पर कहते ने हर बंदे दे नाल ज्योति जोत अखर जिहड़े ना समाउण दी गल नहीं वरती जाती। तुसीं वेखोगे केवल गुरु साहिबान दे ज्योति जोत समान दे आपां पुरब मनाने आ, अरदासां करदे आ, परम जोत दे विचों साध संगत आए ते परम जोत दे अंदर ही अपनी जोत नूं लीन कर लिया। और उन्हां दा आवागाउण दा चक्कर मिट गया। किन्हां दा? जिन्ने जिहड़े ज्योति जोत समांदे, जिहड़े ज्योति जोत समांदे ने उन्हां दा आवागाउण दा चक्कर नहीं, क्योंकि ज्योति जोत मिलायक है। सतगुरु नानक रूप वटाया। महाराज आखदे ने हुण एक काया पलट स्वरूप बनाया। बाबे नानक ने केवल ते केवल साध संगत अपना रूप ही वटाया है, अपना स्वरूप ही बदलिया है। भावें आपां कहने आ दूजे नानक, तीजे नानक, चौथे नानक, भजवे नानक या अगे छेवें दसवें, पर साध संगत जदों सतगुरु महाराज ज्योति जो समाए, किरपा गुरु अंगद देव जी महाराज उत्ते कर दिती। किरपा करन दे नाल ही कह दिता, पुरखा अज तेरा टिकाना करतारपुर नहीं, ये टिकाना है बाबा श्री चंद ते बाबा लक्ष्मी दास दा। ये टिकाने दे मालक ओ ने, तुहानू जोत दा मालक बनाया है। ते खंडूर साहिब दे अंदर चले जाओ, खंडूर साहिब दे अंदर चले जाओ। ते तुरन लग्या की दिता? एक बाणी दी पोथी ते कमर कसा, भी बाणी दा प्रचार करो ते सेवा करो। कमर कसे तो भाव सेवा करो। ये चीजां दे के तोड़ दिता। ते बचन होया सी महाराज जदों आप जी कौतुक वरताओ, आप जी अपने पंज भौतिक चोले दा त्याग करोगे, मैं आवा कि ना आवा। ते सतगुरां ने आख्या सी, पुरखा तैनू आन दी लोड़ नहीं, असी तेरे कोल हा। ते साध संगत ये बचन बाबा बुढ़ा जी वर्गे महापुरुषां नूं कहना कि बुढ़िया तेरे तो कदे ओले ना होसा, तेरे तो कदे ओले ना होसा। इसका भाव की है? बाबा नानक जी चले गए? नहीं, सतगुरु मेरा सदा सदा ना आवे ना जाए, वो अविनाशी पुरख है, सब में रहा समाए। बाबा नानक अज भी है, क्योंकि बाबा मड़ी ना गोर, बाबा मड़ी ना गोर। गुरु अंगद के हिये में बाबा मड़ी विच नहीं, बाबा कबर विच नहीं। बेशक भावना वारिया ने चादर नूं पाड़ के दबाव दिता, साड़ भी दिते, पर रावी नदी जिस दे किनारे बह के महाराज ने आख्या सी, एक दज्जां एक दब्बियां, एक ना कुत्ते खाएं, एक पानी विच उसटियां, एक पी फिर हसन पाए, नानक एव न जापई से किथे जाए समाए। हुण इस रावी दरिया ने साध संगत की कीता? दोवें थावां ही प्रिंसीपल सतबीर सिंह दे लेखन मुताबक अपने विच समेट लिया। ना साड़न वाली जगह रही, ना दबाउण वाली जगह रही। दियोरा साहब जिहड़ा अज करतारपुर साहिब दी पावन धरती ते बनिया होया है, नवीं थां ते बनिया होया है। बाबा किथे है? साध संगत गुरु अंगद दे हीए विच। ते अगों गल तुरदी गई, गल कलगीधर महाराज सच्चे पातशाह तक पहुंच गई। ते महाराज ने कह दिता, बाबा नानक किथे है? सब सिखन को हुक्म है, गुरु मानियो ग्रंथ, गुरु ग्रंथ जी मानियो। प्रगट गुरां की दे, जो प्रभु को मिलबो चाहे, खोज शब्द में ले। 10 गुरु साहिबान ने शरीरां विच विचर के भी रब नाल जोड़िया। ते जिन्ना खजाना बाणी दे अंदर है, एक एक अखर सानू रब नाल जोड़ रहा है। बस बाणी नाल प्यारिओ जुड़िए, बाणी नाल जुड़िए। साडे मनाए हुए जिहड़े पुरब ने सकारथे हो जाणगे। गुरु महाराज कृपा करन। इन्ने को बचन आप जी दे नाल सांझे करदा होया सतगुरां दा धन्नवाद, आप संगतां दा धन्नवाद, भुल्लां चुकां दी खिमा। आओ अखीरलियां पंक्तियां दा पाठ
ਸਰਵਨ ਕਰੋ ਜੀ। ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ। ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।